ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਹਿਜ ਪਾਠ ਦੀ ਲਹਿਰ ਦੇ ਜੋ ਮੁਕਾਬਲੇ ਚੱਲ ਰਹੇ ਹਨ, ਗੁਰਬਾਣੀ ਉਚਾਰਨ ਮੁਕਾਬਲੇ ਸਹਿਜ ਪਾਠ ਦੇ, ਉਹਦੇ ਤਹਿਤ ਅਸੀਂ ਅੱਜ ਅਟਾਰੀ ਵਿਖੇ ਪਹੁੰਚੇ ਹਾਂ। ਅਤੇ ਅਟਾਰੀ ਵਿਖੇ ਸਾਡੇ ਕੋਲ ਭਾਈ ਗੁਰਦੀਪ ਸਿੰਘ ਜੀ, ਜੋ ਕਿ ਪਿਛਲੇ ਬੜੇ ਲੰਮੇ ਸਮੇਂ ਤੋਂ ਮਤਲਬ ਕਿ ਗੁਰਮਤਿ ਦੇ ਨਾਲ ਜੁੜੇ ਹੋਏ ਹਨ। ਗੁਰੂ ਸਾਹਿਬ ਨੇ ਆਪਣੀ ਗੋਦ ਵਿੱਚ ਬਿਠਾ ਕੇ ਆਪ ਵੱਖੋ ਵੱਖਰੀਆਂ ਸੰਸਥਾਵਾਂ ਵਿੱਚ ਸੇਵਾਵਾਂ ਲਈਆਂ ਨੇ। ਅੱਜ ਇਹਨਾਂ ਦੇ ਜ਼ਿੰਦਗੀ ਦੇ ਜੋ ਅਨੁਭਵ ਨੇ ਅਲੱਗ-ਅਲੱਗ ਥਾਵਾਂ ਤੋਂ, ਔਰ ਸਹਿਜ ਪਾਠ ਦੀ ਲਹਿਰ ਨਾਲ ਕਦੋਂ ਜੁੜੇ, ਕਿਉਂਕਿ ਸਾਡਾ ਅੱਜ ਮੇਨ ਮੰਤਵ ਹੈ ਮੇਰਾ ਸਹਿਜ ਪਾਠ ਅਨੁਭਵ। ਮਤਲਬ ਕਿ ਮੇਰਾ ਦਾ ਮਤਲਬ ਪਿਆਰ। ਕਹਿੰਦੇ ਨੇ ਵੀ ਇਹ ਹੰਕਾਰ ਨਹੀਂ, ਇਹ ਮਾਨ ਹੈ। ਮਾਨ ਕਰੂੰ ਤੁਧੀ ਉਪਨੇ ਉਪਰੇ ਮੇਰੇ ਪ੍ਰੀਤਮ ਪਿਆਰੇ। ਠੀਕ ਹੈ ਨਾ। ਇੱਕ ਮੈਂ ਤੇ ਮੇਰੀ ਹੁੰਦੀ ਹੈ ਵੀ ਦੁਨਿਆਵੀ ਪਦਾਰਥਾਂ ਦਾ, ਇੱਕ ਹੁੰਦੀ ਗੁਰੂ ਨਾਲ ਪਿਆਰ। ਠੀਕ ਹੈ ਨਾ। ਉਹ ਆਪਾਂ ਕਹਿੰਦੇ ਨਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾਏ। ਅਤੇ ਉਹਨੂੰ ਅੱਜ ਦੁਨੀਆ ਜਿਹੜੀ ਹੈ, ਦੁਨੀਆ ਨੂੰ ਖੁਸ਼ ਕਰਨ ਵਾਸਤੇ ਗੁਰੂ ਤੋਂ ਦੂਰ ਹੋ ਚੁੱਕੀ ਹੈ। ਫਿਰ ਜੀ ਕਹਿੰਦੇ ਨਾ ਵਰਿੱਧਾ ਦੀਨ ਗਵਾਇਆ ਦੁਨੀ ਸੇ ਦੁਨੀ ਨੇ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਅਜੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਗੁਰੂ ਨੂੰ ਪਿੱਛੇ ਕਰ ਦਿੱਤਾ ਔਰ ਦੁਨੀਆ ਨੂੰ ਮੁੱਖ ਰੱਖ ਦਿੱਤਾ, ਪਰਿਵਾਰ ਨੂੰ ਔਰ ਪਦਾਰਥਾਂ ਨੂੰ ਅੱਗੇ ਰੱਖ ਦਿੱਤਾ। ਸੋ ਭਾਈ ਗੁਰਦੀਪ ਸਿੰਘ ਜੀ, ਤੁਸੀਂ ਮੈਨੂੰ ਦੱਸੋ ਵੀ ਇਸ ਜ਼ਿੰਦਗੀ ਦੇ ਵਿੱਚ ਸਹਿਜ ਪਾਠ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤੁਸੀਂ ਕਦੋਂ ਪਹਿਲੀ ਵਾਰੀ ਸ਼ੁਰੂ ਕੀਤੇ ਅਤੇ ਕਿੱਦਾਂ ਤੁਹਾਨੂੰ ਕਿਸੇ ਨੇ ਲੜ ਲਾਇਆ ਜਾਂ ਕਿੱਦਾਂ ਤੁਸੀਂ ਆਪਣਾ ਸਹਿਜ ਪਾਠ ਦਾ ਅਨੁਭਵ ਸਾਂਝਾ ਕਰੋ ਸਾਡੇ ਨਾਲ ਥੋੜ੍ਹਾ ਜਿਹਾ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ 10 ਕੁ ਸਾਲ ਦਾ ਸੀ ਜਦੋਂ ਮੈਂ ਅੰਮ੍ਰਿਤ ਛਕਿਆ ਸੀ। ਅਤੇ ਉਸ ਤੋਂ ਪਹਿਲਾਂ ਮੇਰੇ ਕੇਸ ਵੀ ਕੱਟੇ ਹੋਏ ਸੀ। ਅੱਛਾ। ਅਤੇ ਕੇਸ ਰੱਖ ਕੇ ਅਜੇ ਛੋਟੇ ਛੋਟੇ ਕੇਸ ਸੀਗੇ ਜਦੋਂ ਅੰਮ੍ਰਿਤ ਛਕ ਲਿਆ ਸੀ। ਅਤੇ ਉਸ ਤੋਂ ਬਾਅਦ ਮੇਰੇ ਚਾਚਾ ਜੀ ਨੇ ਮੈਨੂੰ ਗੁਰਦੁਆਰਾ ਸਾਹਿਬ ਭੇਜਿਆ ਜੀ, ਪਾਠ ਸਿੱਖਿਆ ਕਰ ਬਾਬਾ ਜੀ ਕੋਲ ਜਾ ਕੇ। ਠੀਕ ਹੈ। ਅਤੇ ਸਾਡੇ ਨਗਰ ਦੇ ਗ੍ਰੰਥੀ ਸਿੰਘ ਸੀਗੇ ਬਾਬਾ ਪਿਆਰਾ ਸਿੰਘ ਜੀ, ਉਹਨਾਂ ਕੋਲ ਗਿਆ ਮੈਂ। ਠੀਕ ਹੈ। ਅਤੇ ਉਹਨਾਂ ਨੇ ਮੈਨੂੰ ਜਪਜੀ ਸਾਹਿਬ ਦੀ ਸੰਥਿਆ ਕਰਾਈ। ਅਤੇ ਲਗਭਗ 1.5-2 ਮਹੀਨੇ ਲੱਗ ਗਏ ਸੰਥਿਆ ਕਰਦਿਆਂ। ਸਕੂਲ ਤੋਂ ਆ ਕੇ ਮੈਂ ਉਹਨਾਂ ਕੋਲ ਚੱਲ ਜਾਂਦਾ ਸੀ। ਠੀਕ ਹੈ। 1-2 ਘੰਟੇ ਬੈਠਦਾ ਸੀ ਅਤੇ ਉਹਨਾਂ ਕੋਲ ਸੰਥਿਆ ਕਰਦੇ ਜੋ ਨਿਤਨੇਮ ਦੀਆਂ ਬਾਣੀਆਂ ਹੌਲੀ ਹੌਲੀ ਪੂਰੀਆਂ ਹੋ ਗਈਆਂ। ਅਤੇ ਉਹ ਬੱਚੇ, ਉਹਨਾਂ ਕੋਲ ਹੋਰ ਵੀ 12-15 ਬੱਚੇ ਆਉਂਦੇ ਸੀਗੇ। ਅਤੇ ਜਿਹੜੇ ਅੱਜ ਇੱਥੋਂ ਦੇ ਮਤਲਬ ਅਟਾਰੀ ਨਗਰ ਦੇ ਸਰਪੰਚ ਨੇ, ਇਹ ਵੀ ਮੈਨੂੰ ਯਾਦ ਹੈ ਕਿ ਅਸੀਂ ਇਕੱਠੇ ਹਾਣੀ ਆ, ਅਤੇ ਉਹ ਵੀ ਉਦੋਂ ਉੱਥੇ ਜਾਂਦੇ ਹੁੰਦੇ ਸੀਗੇ। ਠੀਕ ਹੈ। ਅਤੇ ਉਹ 'ਚੋਂ ਕੁਝ ਬੱਚੇ ਜਿਹੜੇ ਸੀ, ਜਿਹੜੇ ਗਾਂ ਬਚੇ ਰਹੇ, ਚੰਗੀ ਸੰਗਤ ਦੇ ਵਿੱਚ ਰਹੇ, ਅਤੇ ਉਹ ਅੱਜ ਤੱਕ ਕਾਇਮ ਨੇ। ਅਤੇ ਉਹ ਬਚਪਨ 'ਚ ਉਹਨਾਂ ਨੇ ਲੱਗਣ ਲਾਈ, ਉਦੋਂ ਹੀ ਪਹਿਲੀ ਵਾਰ ਜ਼ਿੰਦਗੀ 'ਚ ਮਤਲਬ 11 ਕੁ ਸਾਲ ਦੀ ਉਮਰ ਦੇ ਵਿੱਚ ਪਹਿਲਾ ਸਹਿਜ ਪਾਠ ਆਰੰਭ ਕੀਤਾ ਸੀਗਾ। ਗੁਰਚਰਨੀ ਤੁਹਾਨੂੰ ਲਾ ਦਿੱਤਾ, ਜਪਜੀ ਸਾਹਿਬ ਦਾ ਪਾਠ ਸਿਖਾ ਕੇ ਤੁਹਾਨੂੰ ਗੁਰਚਰਨੀ। ਇਹ ਦੇਖੋ ਸੰਗਤ ਜੀ, ਗੁਰਦੁਆਰਾ ਗ੍ਰੰਥੀ ਸਿੰਘ ਦਾ ਜਿਹੜਾ ਮੁੱਖ ਕਾਰਜ ਹੈ ਨਾ, ਉਹ ਇਹੀ ਹੈ ਵੀ ਲਾਗੇ ਲਾਗੇ ਦੀ ਜਿਹੜੀ ਪਨੀਰੀ ਹੈ ਨਾ, ਉਹਨੂੰ ਬਚਾਉਣਾ। ਕਿਉਂਕਿ ਜੇ ਪਨੀਰੀ ਬਚੀ ਰਹੇਗੀ, ਹੁਣ ਦੇਖੋ 2 ਚੀਜ਼ਾਂ ਨੇ, ਇੱਕ ਟਹਿਣੀ ਹੈ, ਇੱਕ ਸੋਟੀ ਹੈ। ਸੋਟੀ ਅਤੇ ਟਹਿਣੀ ਵਿੱਚ ਬੜਾ ਜ਼ਮੀਨ ਹੈ, ਦੋਵੇਂ ਲੱਕੜ, ਪਰ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਸੋਟੀ ਭਾਵੇਂ ਜਿੰਨੀ ਮਰਜ਼ੀ ਕੀਮਤੀ ਹੋਵੇ, ਉਹਨੇ ਸੋਟੀ ਹੀ ਰਹਿਣਾ, ਉਹਨੂੰ ਫਲ ਫੁੱਲ ਨਹੀਂ ਲੱਗਣੇ। ਪਰ ਜਿਹੜੀ ਟਹਿਣੀ ਹੈ ਨਾ, ਉਹ ਗੁਰੂ ਨਾਲ ਜੁੜੀ ਹੁੰਦੀ ਹੈ, ਉਹ ਆਪਣੀ ਜੜ੍ਹਾਂ ਨਾਲ ਜੁੜੀ ਹੁੰਦੀ ਹੈ। ਅਤੇ ਉਹਨੂੰ ਭਾਵੇਂ ਪਤਝੜ ਆ ਵੀ ਜਾਵੇ, ਪਰ ਫਿਰ ਮੌਸਮ ਆਉਣ 'ਤੇ ਬਹਾਰ ਆਉਂਦੀ ਹੈ, ਪੱਤੇ ਵੀ ਲੱਗਦੇ ਨੇ, ਫਲ ਵੀ ਲੱਗਦੇ ਨੇ ਅਤੇ ਫੁੱਲ ਵੀ ਲੱਗਦੇ ਨੇ। ਸੋ ਗ੍ਰੰਥੀ ਸਿੰਘ ਜਿਹੜੇ ਹੁੰਦੇ ਨੇ, ਉਹਨਾਂ ਨੇ ਬੂਟਿਆਂ ਨੂੰ, ਜਿਹੜੇ ਨਿੱਕੇ ਨਿੱਕੇ ਬੱਚੇ ਨੇ, ਹਿਰਦੇ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਅਤੇ ਉਹਨਾਂ ਦੀ ਘਾਟ ਘੜਨੀ ਹੁੰਦੀ ਹੈ। ਗੁਰੂ ਨਾਲ ਇੱਕ ਸਾਂਝ ਪਾਉਣੀ ਹੁੰਦੀ ਹੈ। ਗ੍ਰੰਥੀ ਦੇ ਗ੍ਰੰਥ ਜਿਹੜਾ ਨਾ, ਉਹਦੇ ਨਾਲ ਦੁਨੀਆ ਨੂੰ ਜੋੜਨਾ ਹੁੰਦਾ, ਇਸ ਕਰਕੇ ਉਹਨੂੰ ਗ੍ਰੰਥੀ ਕਿਹਾ ਜਾਂਦਾ। ਠੀਕ ਹੈ ਨਾ। ਸੋ ਇਹ ਇਸੇ ਦੱਸਦੇ ਨੇ ਭਾਈ ਪਿਆਰਾ ਸਿੰਘ ਜੀ ਧੰਨ ਨੇ। ਉਹ ਕਹਿੰਦੇ ਧੰਨ ਗੁਰੂ ਪਿਆਰੇ, ਸਦਕੇ ਜਾਈਏ ਉਹਨਾਂ ਪਿਆਰੇ ਐਸੇ ਰੂਹਾਂ ਤੋਂ। ਉਹਨਾਂ ਦਾ ਭਾਈ ਪਿਆਰਾ ਸਿੰਘ ਤੋਂ, ਜਿਨ੍ਹਾਂ ਨੇ ਬਹੁਤ ਸਾਰੇ ਪਿੰਡ ਦੇ ਨਗਰ ਦੇ ਬੱਚਿਆਂ ਨੂੰ ਇਸ ਪਾਸੇ ਲਾਇਆ, ਕਿਉਂਕਿ ਸਮਾਂ ਜਿਹੜਾ ਬਲਵਾਨ ਹੁੰਦਾ। ਅਤੇ ਭਾਈ ਸਾਹਿਬ ਜੀ, ਫਿਰ ਤੁਸੀਂ ਜ਼ਿੰਦਗੀ 'ਚ ਸਹਿਜ ਪਾਠ ਕਰਦੇ ਕਰਦੇ ਕੀ ਮਹਿਸੂਸ ਕੀਤਾ ਵੀ ਸਹਿਜ ਪਾਠ ਹੈ ਕੀ ਔਰ ਕਿਉਂ ਕਰਨਾ ਚਾਹੀਦਾ, ਅਤੇ ਕੀ ਮਹਿਸੂਸ ਕੀਤਾ, ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ। ਪਹਿਲਾਂ ਸ਼ੁਰੂ ਦੇ ਵਿੱਚ ਤਾਂ ਮੇਨ ਧਿਆਨ ਉਚਾਰਨ ਵਾਲੇ ਪਾਸੇ ਹੀ ਹੁੰਦਾ ਸੀਗਾ ਕਿ ਇਹਨੂੰ ਲਗਾ ਮਾਤਰਾ ਸਹੀ ਉਚਾਰਨੀ। ਬਾਬਾ ਜੀ ਨੇ ਇਸ ਪਾਸੇ ਧਿਆਨ ਦਵਾਇਆ, ਅਤੇ ਉਦੋਂ ਅਰਥਾਂ ਵਾਲੇ ਪਾਸੇ ਜਾਂ ਬਾਣੀ ਦੇ ਜਿਹੜੇ ਅਨੁਭਵ ਸੀਗੇ ਜਾਂ ਉਹ ਨਹੀਂ ਉਦੋਂ ਮਹਿਸੂਸ ਹੁੰਦੇ ਸੀ। ਹੌਲੀ ਹੌਲੀ ਜਦੋਂ ਪਹਿਲਾਂ ਤਾਂ ਅਸੀਂ 4-5 ਬੱਚਿਆਂ ਨੇ ਰਲ ਕੇ ਸਹਿਜ ਪਾਠ ਕੀਤਾ ਸੀਗਾ, ਅਤੇ ਫਿਰ ਉਸ ਤੋਂ ਬਾਅਦ ਇਹ ਮਨ 'ਚ ਹੀ ਇੱਛਾ ਸੀਗੀ ਕਿ ਬਹੁਤ ਸਾਰੀ ਬਾਣੀ ਰਹਿ ਜਾਂਦੀ ਹੈ, ਕਿਉਂਕਿ ਜਦੋਂ ਵੰਡ ਵਰਤ ਕੇ ਪੜ੍ਹੀ ਜਾਂਦੀ ਹੈ। ਅਤੇ ਫਿਰ ਉਦੋਂ 1 ਮਹੀਨੇ 'ਚ 4-5 ਬੱਚੇ ਰਲ ਕੇ ਹੀ ਭੋਗ ਪਾਉਂਦੇ ਸੀਗੇ। ਅਤੇ ਫਿਰ ਬਾਅਦ ਵਿੱਚ ਆਪਣਾ ਆਰੰਭ ਕੀਤਾ ਪਹਿਲਾ ਪਾਠ, ਜੋ ਲਗਭਗ ਮੈਂ 4 ਕੁ ਮਹੀਨੇ 'ਚ ਪੂਰਾ ਕੀਤਾ ਸੀ। ਅਤੇ ਉਹ ਵੀ ਉਦੋਂ ਭਾਣਾ ਇਸ ਤਰ੍ਹਾਂ ਦਾ ਵਰਤਿਆ ਕਿ ਜਦੋਂ ਪਾਠ ਆਰੰਭ ਕਰਨਾ ਸੀਗਾ, ਅਤੇ ਪਹਿਲੀ ਸੈਂਚੀ ਅਵੇਲੇਬਲ ਸਾਡੇ ਭਾਈ ਸਾਹਿਬ ਜੀ, ਉਹਨਾਂ ਕੋਲ ਉਹ ਪਾਠ ਕਰ ਰਹੇ ਸੀ, ਅਤੇ ਮੈਨੂੰ ਚਾਹੀਦਾ ਸੀ ਸੈਂਚੀ ਘਰ ਪਾਠ ਕਰ ਲਈ। ਉਹਨੂੰ ਸੈਂਚੀ ਨਾ ਮਿਲੇ, ਅਤੇ ਉਹ ਦੂਜਾ ਭਾਗ ਉਹਨਾਂ ਦਾ ਵਿਹਲਾ ਸੀ। ਅਤੇ ਮੈਂ ਅਰਦਾਸ ਕਰਕੇ, ਅਤੇ ਮੈਂ ਸੱਚੇ ਪਾਤਸ਼ਾਹ ਜੀ, ਪਹਿਲਾਂ ਦੂਜਾ ਭਾਗ ਹੀ ਆਰੰਭ ਕਰਾ ਲਓ। ਮੈਂ 721 ਅੰਕ ਤੋਂ ਪਾਠ ਆਰੰਭ ਕਰ ਲਿਆ। ਵਾਹ। ਦੇਖੋ, ਇਹ ਕੋਈ ਵਹਿਮ ਭਰਮ ਨਹੀਂ ਜੀ। ਦੇਖੋ, ਉਹ ਮਹਾਰਾਜ ਦੀ ਬਾਣੀ ਜਿਹੜੀ, ਹੁਣ ਮਹਾਰਾਜ ਕਹਿੰਦੇ ਨੇ ਵੀ ਚੁੱਭੀ ਲਾਓ, ਜਿੱਥੋਂ ਮਰਜ਼ੀ ਲਾ ਲਓ। ਮਸਕੀਨ ਜੀ ਕਹਿੰਦੇ ਹੁੰਦੇ ਵੀ ਭੁੱਖ ਲੱਗੀ ਹੋਵੇ ਨਾ, ਅਤੇ ਰੋਟੀ ਭਾਵੇਂ ਇੱਧਰੋਂ ਤੋੜੋ ਅਤੇ ਭਾਵੇਂ ਇੱਧਰੋਂ ਤੋੜੋ, ਪਰ ਵੈਸੇ ਤੁਸੀਂ ਉਸ ਤੋਂ ਮਹਿਸੂਸ ਕੀਤਾ ਵੀ ਚਲੋ ਮੈਂ ਵਿਹਲਾ ਨਾ ਰਵਾਂ, ਅਤੇ ਮੈਂ ਦੂਜਾ ਭਾਗ ਹੀ ਪੜ੍ਹ ਲਵਾਂ। ਏਕ ਘਰੀ ਆਦਿ ਤੇ ਫੁਨਾਦ ਭਗਤਨ ਸੇਤੀ ਗੋਸ਼ਟ ਜੋ ਕਿੰਨੇ ਸੁਲਾਭ। ਦੂਜਾ ਭਾਗ ਪਹਿਲੋਂ ਕਰ ਲਿਆ, ਫਿਰ ਤੁਸੀਂ ਬਾਅਦ 'ਚ ਪਹਿਲਾ ਭਾਗ ਕੀਤਾ ਕਿ ਫਿਰ ਗ੍ਰੰਥੀ ਸਿੰਘ ਜੀ ਨੇ ਸਮਝਾਇਆ ਵੀ ਨਹੀਂ ਪਹਿਲਾਂ ਸ਼ੁਰੂ ਕਰਨਾ? ਨਹੀਂ, ਮੈਨੂੰ ਇਹ ਕਿ ਮੈਂ ਸਾਰੀ ਬਾਣੀ ਦੇ ਦਰਸ਼ਨ ਕਰ ਲਵਾਂ। ਅਤੇ ਪਹਿਲਾ ਦੂਜਾ ਭਾਗ ਜਿਹੜਾ ਸੀ 721 ਤੋਂ
ਭੋਗ ਤੱਕ ਪਹਿਲਾਂ ਸੰਪੂਰਨ ਕਰ ਲਿਆ ਤੇ ਫਿਰ ਬਾਅਦ ਚ ਦੁਬਾਰਾ ਆਰੰਭ ਤੋਂ ਕਰਕੇ ਫਿਰ ਦੂਜਾ ਭੋਗ ਬਾਅਦ ਚ ਪਾਇਆ ਹਾਂ ਮਤਲਬ ਕਿ ਫਿਰ ਪੂਰਾ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਸਾਰੇ ਦਰਸ਼ਨ ਕੀਤੇ ਜੀ। ਤੇ ਫਿਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ 12ਵੀਂ ਚ ਪੜ੍ਹਦੇ ਆ ਮੇਰਾ ਦਾਖਲਾ ਹੋ ਗਿਆ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤੇ ਉਹ ਬਚਪਨ ਦੀ ਲੱਗੀ ਹੋਈ ਲਗਨ ਕਰਕੇ ਤੇ ਫਿਰ ਹੌਲੀ ਹੌਲੀ ਕੁਝ ਅਖੰਡ ਪਾਠ ਵੀ ਸੇਵਾ ਕਰਦੇ ਸੀਗੇ ਤੇ ਉਹ ਮਹਾਰਾਜ ਨੇ ਮੁੜ ਕੇ ਪ੍ਰਚਾਰਕ ਦੀ ਸੇਵਾ ਦੇ ਦਿੱਤੀ। ਉੱਥੇ ਕਲਾਸ ਵਿੱਚ ਦਾਖਲਾ ਮਿਲ ਗਿਆ, ਕੁਝ ਕੀਰਤਨ ਸਿੱਖ ਲਿਆ, ਕੋਈ ਪਾਠ, ਫਿਰ ਮਹਾਰਾਜ ਨੇ ਆਪਣੀ ਸੇਵਾ ਚਲਾਈ ਰੱਖਿਆ ਤੇ ਫਿਰ ਸਹਿਜ ਪਾਠ ਜਿਹੜਾ ਸੀ ਚੱਲਦਾ ਰਿਹਾ। ਹੁਣ ਗਿਣਤੀ ਨਹੀਂ, ਕੋਈ ਅੰਦਾਜ਼ਾ ਨਹੀਂ ਕਿੰਨੇ ਹੋਏ ਹੋਣਗੇ। ਇਹ ਭਾਈ ਸਾਹਿਬ ਜੀ ਮੈਂ ਬੇਨਤੀ ਕਰਾਂਗਾ ਵੀ ਪ੍ਰਚਾਰਕਾਂ ਨੂੰ, ਰਾਗੀ ਸਿੰਘਾਂ ਨੂੰ, ਗ੍ਰੰਥੀ ਸਿੰਘਾਂ ਨੂੰ ਸਹਿਜ ਪਾਠ ਕਰਨਾ ਕਿਉਂ ਜ਼ਰੂਰੀ ਹੈ, ਥੋੜਾ ਇਹਦੇ ਬਾਰੇ ਵੀ ਚਾਨਣਾ ਪਾਓ, ਕਿਉਂਕਿ ਪੈਰ ਪੈਰ ਤੇ ਉਹਨਾਂ ਨੂੰ ਗੁਰੂ ਦੀ ਅਗਵਾਈ ਚਾਹੀਦੀ ਹੁੰਦੀ ਹੈ ਤੇ ਸਹਿਜ ਪਾਠ ਜਿਹੜਾ ਵਾ ਉਹ ਸਾਡੀ ਅਗਵਾਈ ਕਰਦਾ ਹੈ ਤੇ ਮਹਾਰਾਜ ਦੇ ਮਨ ਭਾਉਂਦੇ ਫਰਮਾਨ ਵੀ ਜਾਂਦੇ। ਤੁਸੀਂ ਕਿਰਪਾ ਕਰਕੇ ਜ਼ਰੂਰ ਦੱਸੋ ਵੀ ਸਹਿਜ ਪਾਠ ਜਿਹੜਾ ਵਾ ਉਹ ਗ੍ਰੰਥੀ ਸਿੰਘਾਂ ਨੂੰ, ਪਾਠੀ ਸਿੰਘਾਂ ਨੂੰ, ਪ੍ਰਚਾਰਕਾਂ ਨੂੰ ਕਿਉਂ ਜ਼ਰੂਰੀ ਹੈ? ਬਿਲਕੁਲ ਜੀ। ਸਭ ਤੋਂ ਪਹਿਲਾਂ ਨਿਤਨੇਮ ਤੇ ਸਹਿਜ ਪਾਠ 'ਚ ਮੈਂ ਅੰਤਰ ਕਰਨਾ ਚਾਹਾਂਗਾ। ਹਾਲਾਂਕਿ ਦੋਨੋਂ ਹੀ ਜਿੱਥੋਂ ਮਰਜ਼ੀ ਆਪਾਂ ਬਾਣੀ ਪੜ੍ਹ ਰਹੇ ਹਾਂ, ਬਿਲਕੁਲ, ਤੇ ਇੱਕ ਫਰਕ ਹੈ ਨਿਤਨੇਮ ਕਰਨ ਤੇ ਸਹਿਜ ਪਾਠ ਕਰਨ ਵਿੱਚ। ਨਿਤਨੇਮ ਗੁਰੂ ਦਾ ਹੁਕਮ ਹੈ, ਹਰ ਅੰਮ੍ਰਿਤਧਾਰੀ ਸਿੱਖ ਨੇ ਨਿਤਨੇਮ ਤਾਂ ਕਰਨਾ ਹੀ ਹੈ। ਬਿਲਕੁਲ ਜੀ। ਤੇ ਦੂਜੀ ਗੱਲ, ਨਿਤਨੇਮ ਦੀਆਂ ਬਾਣੀਆਂ ਸਾਨੂੰ ਇੰਨੀਆਂ ਕੰਠ ਹੋ ਜਾਂਦੀਆਂ, ਇੰਨੀਆਂ ਯਾਦ ਹੋ ਜਾਂਦੀਆਂ ਕਿ ਉਹ ਸਾਡੀ ਜਿਹੜੀ ਸੁਰਤ ਅਚੇਤ ਮਨ ਹੈ ਉਹੀ ਪਾਠ ਕਰਦਾ ਰਹਿੰਦਾ, ਸੁਚੇਤ ਹੁੰਦੇ ਹੀ ਨਹੀਂ ਅਸੀਂ। ਪਾਠ ਕਿਤੇ ਹੋਰ ਪਹੁੰਚ ਜਾਂਦਾ, ਅਸੀਂ ਸੁਰਤ ਕਿਤੇ ਹੋਰ ਰਹਿੰਦੀ ਆ। ਬਿਲਕੁਲ ਬਿਲਕੁਲ, ਕਿਉਂਕਿ ਇਹ ਤਾਂ ਬਹੁਤ ਲਗਨ ਨਾਲ, ਪਿਆਰ ਨਾਲ, ਸਹਿਜੇ ਸਹਿਜੇ ਨਿਤਨੇਮ ਕਰੀਏ ਤਾਂ ਆਨੰਦ ਬਣਦਾ ਹੈ, ਨਹੀਂ ਤਾਂ ਬਹੁਤ ਵਾਰੀ ਮਨ ਭਟਕਦਾ ਆ, ਕਿਉਂਕਿ ਇਹ ਚੰਚਲ ਮਨ ਹੈ, ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਰਹਿੰਦਾ ਹੈ। ਕਬਹੂ ਜੀੜਾ ਉਬ ਚੜਤਾ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਤੇ, ਚਾਰੇ ਕੁੰਡਾਂ ਭਾਲੇ। ਸੋ ਇਹ ਦਹਿ ਉਡਾਰੀਆਂ ਮਾਰਦਾ ਹੈ ਮਨ ਤੇ ਪਤਾ ਨਹੀਂ ਲੱਗਦਾ। ਤੇ ਨਿਤਨੇਮ ਦੇ ਵਿੱਚ ਇਦਾਂ ਹੁੰਦਾ ਹੈ ਕਿ ਉਹ ਬਾਣੀ ਕੰਠ ਹੋਣ ਕਰਕੇ ਅਚੇਤ ਮਨ ਜਿਹੜਾ ਆ ਉਹ ਕੰਮ ਕਰਨਾ ਸ਼ੁਰੂ ਕਰਦਾ, ਸੁਚੇਤ ਮਨ ਅਵੇਸਲਾ ਹੋ ਜਾਂਦਾ ਹੈ। ਤੇ ਸਹਿਜ ਪਾਠ ਦੇ ਵਿੱਚ ਸਾਰਾ ਪਾਠ ਤਾਂ ਸਾਨੂੰ ਕੰਠ ਨਹੀਂ ਹੁੰਦਾ, ਗੁਰਬਾਣੀ ਕੰਠ ਨਹੀਂ ਹੁੰਦੀ, ਇਸ ਕਰਕੇ ਥੋੜਾ ਮਨ ਜਿਹੜਾ ਨਾ ਕੰਠ ਹੋਣ ਕਰਕੇ ਅਸੀਂ ਧਿਆਨ ਨਾਲ ਪੜ੍ਹਦੇ ਹਾਂ। ਤੇ ਇਹ ਸਹਿਜ ਪਾਠ ਦਾ ਇੱਕ ਅੰਤਰ ਹੈ ਨਿਤਨੇਮ ਤੇ ਸਹਿਜ ਪਾਠ 'ਚ। ਤੇ ਦੂਜੀ ਗੱਲ, ਜਦੋਂ ਆਪਾਂ ਸਹਿਜ ਪਾਠ ਕਰਦੇ ਹਾਂ ਤੇ ਕਿਉਂਕਿ ਗੁਰੂ ਸਾਹਿਬ ਜੀ ਨੇ ਇਹਦਾ ਮਤਲਬ ਕਿ ਜੇ ਇੰਨੇ ਵੱਖ-ਵੱਖ ਥਾਵਾਂ ਤੋਂ ਬਾਣੀ ਇਕੱਤਰ ਕਰਕੇ, ਵੱਖ-ਵੱਖ ਮਹਾਂਪੁਰਖਾਂ ਦੀ, ਭਗਤਾਂ ਦੀ ਬਾਣੀ ਇਕੱਠੀ ਕਰਕੇ ਔਰ ਐਡਾ ਵੱਡਾ ਗ੍ਰੰਥ ਰਚਿਆ ਹੈ। ਨਹੀਂ ਤਾਂ ਉਪਦੇਸ਼ ਤਾਂ ਬਾਣੀ ਦਾ ਜੋ ਪਕੜਦੇ ਆ ਤੇ ਵਾਹਿਗੁਰੂ ਜਪਣਾ ਹੀ ਆ ਕਿ ਪਰਮੇਸ਼ਰ ਨੂੰ ਯਾਦ ਕਰਨਾ ਹੈ, ਕਿਸੇ ਨੂੰ ਸਿਮਰਨ ਕਰਨਾ ਆ। ਪਰ ਜਿਵੇਂ ਇੱਕ ਹੀ ਦਵਾਈ ਜਿਹੜੀ ਆ ਕਈ ਰੂਪ 'ਚ ਮਿਲਦੀ ਆ ਬੱਚੇ ਨੂੰ, ਉਹੀ ਦਵਾਈ ਜਿਹੜੀ ਆ ਉਹੀ ਕਰੋਸਿਨ ਜਿਹੜੀ ਆ ਉਹ ਸਿਰਪ 'ਚ ਆਉਂਦੀ ਆ, ਮਿੱਠੀ ਹੁੰਦੀ ਆ, ਤੇ ਜਦੋਂ ਉਹੀ ਕਰੋਸਿਨ ਦੀ ਬਾਅਦ 'ਚ ਗੋਲੀ ਆ ਜਾਂਦੀ ਆ, ਕਿਤੇ ਇੰਜੈਕਸ਼ਨ ਵੀ ਆ ਜਾਂਦਾ ਨੀਮੋਸਲਾਈਡ ਦਾ, ਕਈ ਕੁਛ ਆ ਜਾਂਦਾ, ਮਤਲਬ ਕਈ ਰੂਪਾਂ ਵਿੱਚ ਇੱਕ ਹੀ ਦਵਾਈ ਨੂੰ ਦਿੱਤਾ ਜਾਂਦਾ। ਇੱਦਾਂ ਹੀ ਜਿਹੜੀ ਸਤਿਗੁਰੂ ਜੀ ਦੀ ਬਾਣੀ ਆ ਉਹ ਮਹਾਰਾਜ ਨੇ ਵੱਖ-ਵੱਖ ਰਾਗਾਂ 'ਚ, ਵੱਖ-ਵੱਖ ਕਾਵ ਰੂਪਾਂ 'ਚ, ਵੱਖ-ਵੱਖ ਮਤਲਬ ਇੰਨੀਆਂ ਰਸਾਂ ਸਹਿਤ ਬਾਣੀ ਦਾ ਉਪਦੇਸ਼ ਆ ਕਿ ਕਈ ਥਾਵਾਂ ਤੇ ਮਹਾਰਾਜ ਨੇ ਭਾਸ਼ਾਈ ਖੇਡਾਂ ਖੇਡੀਆਂ ਨੇ ਬੜੀਆਂ। ਜਿਵੇਂ ਅਜੈਸਰੀ ਦੀ ਵਾਰ ਦੇ ਵਿੱਚ ਇੱਕ ਸ਼ਲੋਕ ਜਿਹੜਾ ਆ ਉਹ ਲਹਿੰਦੀ 'ਚ ਆਉਂਦਾ ਆ, ਇੱਕ ਦੂਜਾ ਸੰਸਕ੍ਰਿਤ 'ਚ ਆਉਂਦਾ, ਫਿਰ ਪੌੜੀ ਪੰਜਾਬੀ 'ਚ ਆਉਂਦੀ ਆ। ਮਤਲਬ ਹਰ ਗੁਰੂ ਸਾਹਿਬ ਜੀ ਉਹ ਵੱਖ-ਵੱਖ ਰੰਗਾਂ 'ਚ ਉਹ ਸਵਾਦ ਇੰਨਾ ਭਰਿਆ ਹੈ ਮਹਾਰਾਜ ਨੇ ਇੰਨਾ। ਇਸ ਕਰਕੇ ਸਹਿਜ ਪਾਠ ਕਰਨਾ ਜ਼ਰੂਰੀ ਹੈ ਕਿ ਬਾਣੀ ਦਾ ਜਿਹੜਾ ਉਪਦੇਸ਼ ਹੈ ਉਹ ਤਾਂ ਠੀਕ ਹੈ ਕਿ ਅਸੀਂ ਦੋ ਸ਼ਬਦਾਂ 'ਚ ਕਹਿੰਦੇ ਕਿ ਸੇਵਾ ਕਰੋ, ਸਿਮਰਨ ਕਰੋ, ਇੰਨਾ ਹੀ ਬਹੁਤ ਹੈ। ਪਰ ਜਦੋਂ ਮਹਾਰਾਜ ਨੇ ਜਿਸ ਰੂਪ 'ਚ ਇੰਨਾ ਵੱਡਾ ਗ੍ਰੰਥ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਭੰਡਾਰਾ ਬਖਸ਼ਿਆ ਤੇ ਉਹਦਾ ਕੋਈ ਅਰਥ ਹੈ। ਤੇ ਅਸੀਂ ਉਸ ਭੰਡਾਰੇ ਤੋਂ ਲਾਹਾ ਨਹੀਂ ਲੈ ਪਾਉਂਦੇ ਜੇ ਅਸੀਂ ਖੁਦ ਸਹਿਜ ਪਾਠ ਨਹੀਂ ਕਰਦੇ। ਮੈਂ ਬੇਨਤੀ ਕਰਾਂਗੇ ਜਿਹੜੇ ਸਾਡੇ ਰਾਗੀ ਸਿੰਘ ਨੇ, ਆਪਾਂ ਵੇਖਦੇ ਰਹੇ ਪਿਛਲੇ ਸਮੇਂ 'ਚ, ਹੁਣ ਕੁਛ ਸਾਲ 2 ਸਾਲ ਤੋਂ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ, ਕਿਉਂਕਿ ਸਾਰੇ ਰਾਗੀ ਸਿੰਘ ਉੱਥੋਂ ਹੀ ਪ੍ਰੇਰਨਾ ਲੈਂਦੇ ਨੇ, ਕਿ ਕੁਛ ਨਵੇਂ ਸ਼ਬਦ ਜਿਹੜੇ ਨੇ ਆਉਣੇ ਸ਼ੁਰੂ ਹੋਏ ਨੇ, ਨਹੀਂ ਤਾਂ ਉਹੀ 400 ਤੋਂ 500 700 ਸ਼ਬਦ ਸੀ ਜਿਹੜਾ ਰਿਪੀਟ ਹੋ ਰਿਹਾ ਸੀਗਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੱਲੇ 8000 ਤੋਂ ਵੱਧ ਸ਼ਬਦ ਨੇ, ਉਹ ਕਦੇ ਗਾਇਨ 'ਚ ਆਉਂਦੇ ਹੀ ਨਹੀਂ ਸੀਗੇ। ਕਿਉਂਕਿ ਜੇ ਅਸੀਂ ਰਾਗੀ ਸਿੰਘ, ਪ੍ਰਚਾਰਕ ਸਿੰਘ ਪਾਠ ਨਹੀਂ ਕਰੇਗਾ ਤੇ ਉਹ ਨਵੇਂ ਸ਼ਬਦਾਂ ਨਾਲ ਅਭਿਆਸ ਨਹੀਂ ਕਰੇਗਾ, ਨਾ ਹੀ ਉਹ ਹੁਣ ਜਿੰਨੀ ਸੰਗਤ ਨੂੰ ਥਿਰ ਕਰ ਬੈਸੋ ਅਰਜਨ ਪਿਆਰੇ ਯਾਦ ਹੈ, ਔਖੀ ਘੜੀ ਨਾ ਦੇਖਣ ਦੇ ਯਾਦ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਯਾਦ ਹੈ, ਤੇ ਬਾਕੀ ਸ਼ਬਦ ਕਿਉਂ ਨਹੀਂ ਯਾਦ ਹੋ ਸਕਦੇ? ਉਹ ਕੀਰਤਨ ਰਾਹੀਂ ਯਾਦ ਹੋਏ ਨੇ। ਜੇ ਰਾਗੀ ਸਿੰਘ ਕੀਰਤਨ ਸਹਿਜ ਪਾਠ ਕਰਨਗੇ ਤੇ ਉਹਨਾਂ ਸ਼ਬਦਾਂ ਨਾਲ ਰੂਬਰੂ ਹੋਣਗੇ। ਕਿ ਜਿਹੜਾ ਅਖੰਡ ਪਾਠ ਕਰਨਾ ਆ ਉਦੋਂ ਇੱਕ ਡਿਊਟੀ ਦੀ ਤਰ੍ਹਾਂ ਪਾਠ ਕਰਨਾ, ਉਹ ਰਸ ਨਹੀਂ ਹੋ ਸਕਦਾ, ਕਿਉਂਕਿ ਉਸ ਵਕਤ ਜਿਹੜਾ ਧਿਆਨ ਆ ਉਹ ਆਪਣੇ ਆਨੰਦ ਵਿੱਚ ਨਹੀਂ ਹੁੰਦਾ। ਹਾਂ, ਮਹਾਰਾਜ ਨੇ ਤਾਂ ਫਿਰ ਵੀ ਬਖਸ਼ਿਸ਼ ਕਰਨੀ, ਉੱਥੇ ਵੀ ਅਖੰਡ ਪਾਠੀ ਨੂੰ ਵੀ ਬਖਸ਼ਿਸ਼ ਹੁੰਦੀ ਹੈ, ਪਰ ਜਿਹੜਾ ਇੱਕ ਆਪਣੇ ਸਹਿਜ ਦੇ ਨਾਲ ਸਹਿਜ ਪਾਠ ਕਰਨਾ ਆ ਉਹਦਾ ਇੱਕ ਵੱਖਰਾ ਰਸ ਆ, ਤੇ ਬੜੇ ਸ਼ਬਦਾਂ ਨਾਲ ਜਿਹੜਾ ਰੂਬਰੂ ਹੋ ਕੇ ਨਵੇਂ ਸ਼ਬਦਾਂ ਤੇ ਅਭਿਆਸ ਹੋ ਸਕਦਾ ਹੈ, ਕਰ ਸਕਦੇ ਹਾਂ। ਬਿਲਕੁਲ, ਭਾਈ ਸਾਹਿਬ ਨੇ ਗੱਲ ਕੀਤੀ ਹੈ ਵੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਦੀ, ਮੈਂ ਸੱਚ ਜਾਣੋ ਤੇ ਮੈਂ ਜੇ ਛੋਟਾ ਹੁੰਦਾ ਸੀ ਨਾ, ਮੈਨੂੰ ਨਾ ਭਾਈ ਨਰਿੰਦਰ ਸਿੰਘ ਜੀ ਬਨਾਰਸੀ ਜਿਹੜੇ ਨੇ, ਉਹਨਾਂ ਦਾ ਬਹੁਤ ਆਨੰਦ ਹੁੰਦਾ ਸੀ ਕੀਰਤਨ ਸੁਣ ਕੇ। ਕੀਰਤਨ ਤਾਂ ਸਾਰਾ ਹੀ ਆਨੰਦਮਈ ਹੈ, ਪਰ ਕਿਉਂ? ਇੱਕ ਤਾਂ ਉਹ ਰਾਗਾਂ ਵਿੱਚ ਕਰਦੇ, ਦੂਜਾ ਉਹ ਇੱਕ ਤੁਕ ਦੇ ਨਾਲ, ਇੱਕ ਸ਼ਬਦ ਦੇ ਨਾਲ ਹਜ਼ਾਰਾਂ ਹੀ ਪ੍ਰਮਾਣ ਲਗਾ ਦਿੰਦੇ ਸੀ। ਤੇ ਮੈਂ ਜਦੋਂ ਮੇਰੇ ਮਨ ਵਿੱਚ ਉਹਨਾਂ ਸ਼ਰਧਾ ਬੜੀ ਜ਼ਿਆਦਾ ਸੀ। ਦੂਜੀ ਗੱਲ, ਜਦੋਂ ਵੀ ਕੋਈ ਹੁਕਮਨਾਮਾ ਆਣਾ ਤੇ ਉਹਨਾਂ ਨੇ ਬਲਕਿ ਉਸੇ ਵੇਲੇ ਹੀ, ਉਸੇ ਟਾਈਮ, ਉਸੇ ਸ਼ਬਦ ਦਾ ਗਾਇਨ ਕਰ ਦੇਣਾ, ਉਸੇ ਰਾਗ ਦੇ ਵਿੱਚ। ਹੁਕਮਨਾਮੇ ਵਾਲਾ ਰਾਗੀ ਵੀ ਕਹਿੰਦੇ ਸੀ। ਹਾਂ ਭਾਈ ਸਾਹਿਬ ਜੀ, ਸਿਰ ਕੋਲ ਹੁਕਮਨਾਮੇ ਵਾਲੇ ਰਾਗੀ ਵੀ ਕਹਿੰਦੇ ਨੇ। ਇੱਕ ਗੱਲ ਹੋਰ ਹੈ, ਤੁਸੀਂ 400-500 ਸ਼ਬਦ ਕਹਿ ਦਿੱਤਾ,
ਪਰ ਮੇਰਾ ਖਿਆਲ ਇਹ ਵਾ ਵੀ 65 70 ਤੋਂ 80 ਤੋਂ ਸ਼ਬਦ ਜ਼ਿਆਦਾ ਰਾਗੀ ਸਿੰਘਾਂ ਨੂੰ ਪਹਿਲਾਂ ਨਹੀਂ ਸੀ ਆਉਂਦੇ। ਕੋਈ ਘੱਟ ਹੀ ਕੋਈ ਗੁਰਸਿੱਖ ਪਿਆਰਾ ਜਿਹਨੂੰ ਮਹਾਰਾਜ ਦੇ ਵੱਖ ਵੱਖਰੇ ਸ਼ਬਦ ਆਉਂਦੇ ਸੀ। ਤੇ ਦੂਜੀ ਗੱਲ ਇੱਕ ਹੋਰ ਦੱਸੀਏ, ਫਿਰ ਮੈਂ ਇੱਕ ਦਿਨ ਭਾਈ ਸਾਹਿਬ ਜੀ ਨੂੰ ਜਦੋਂ ਮਿਲਿਆ ਨਾ ਖਡੂਰ ਸਾਹਿਬ ਨਿਸ਼ਾਨੇ ਸਿੱਖੀ, ਤੇ ਮੈਂ ਭਾਈ ਸਾਹਿਬ ਨੂੰ ਕਿਹਾ ਭਾਈ ਸਾਹਿਬ ਮੇਰੇ ਛੋਟੇ ਹੁੰਦੇ ਤੋਂ ਦਿਲੀ ਤਾਂ ਕਿ ਤੁਹਾਡੇ ਨਾਲ ਗੱਲ ਕਰਨ ਦੀ ਵੀ ਤੁਸੀਂ ਇਹ ਪ੍ਰਮਾਣ ਜਿਹੜੇ ਇੰਨੇ ਕਿੱਦਾਂ ਲਾਉਂਦੇ ਹੋ। ਕਹਿੰਦੇ ਭਾਈ ਸਾਹਿਬ ਜੀ ਜਦੋਂ ਮੈਨੂੰ ਸਮਾਂ ਲੱਗਦਾ ਨਾ, ਜਾਂ ਤਾਂ ਮੈਂ 2 ਕੰਮ ਕਰਦਾ, ਇੱਕ ਰਿਆਜ਼ ਕਰਦਾ ਤੇ ਜਾਂ ਮੈਂ ਸਹਿਜ ਪਾਠ ਕਰਦਾ। ਤੇ ਸਹਿਜ ਪਾਠ ਕਰਨ ਦੇ ਨਾਲ ਨਾਲ ਜਿਹੜੀਆਂ ਮੈਨੂੰ ਤੁਕਾਂ ਮਿਲਦੀਆਂ ਨੇ, ਮੈਂ ਉਹਨੂੰ ਵੱਖਰੀ ਕਾਪੀ ਤੇ ਨੋਟ ਕਰਕੇ ਤੇ ਗੁਣਗੁਣਾਉਂਦਾ ਰਹਿਣਾ। ਤੇ ਮਹਾਰਾਜ ਜੀ ਕਿੰਨੇ ਹਜ਼ਾਰਾਂ ਫਰਮਾਨ, ਜੇ ਆਪਾਂ ਵੀ ਸੰਗਤ ਜੀ ਇੱਕ ਫਰਮਾਨ ਰੋਜ਼ ਦਾ ਯਾਦ ਕਰੀਏ ਤੇ ਮੇਰੇ ਖਿਆਲ ਨਾਲ 365 ਮਨ ਜਿਹੜੇ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਰਹਿ ਜਾਣਗੇ। ਔਰ ਜਦੋਂ ਵੀ ਸਾਨੂੰ ਲੋੜ ਪਏਗੀ ਗੁਰੂ ਸਾਡੀ ਉਹ ਅਗਵਾਈ ਕਰੇਗਾ। ਸੋ ਭਾਈ ਗੁਰਦੀਪ ਸਿੰਘ ਜੀ ਬੜਾ ਆਨੰਦ ਆਇਆ, ਤੁਹਾਡੇ ਅੰਦਰ ਬੜੇ ਵਿਰਵਲੇ ਨੇ। ਮੈਂ ਕਹਾਂਗਾ ਵੀ ਟਾਈਮ ਟੂ ਟਾਈਮ ਸਾਨੂੰ ਥੋੜ੍ਹਾ ਇਹ ਸੰਗਤ ਨੂੰ ਗਾਈਡ ਕਰਦੇ ਰਹੋ, ਤਾਂ ਜੋ ਵੀ ਸਹਿਜ ਪਾਠ ਦੇ ਲੜ ਲੱਗ ਕੇ ਆਪਾਂ ਔਰ ਇਲਾਕੇ ਨੂੰ ਲੜ ਲਾ ਸਕੀਏ ਔਰ ਇਸ ਪਾਸੇ ਆਪਾਂ ਗੁਰੂ ਨੂੰ ਕੋਈ ਮੁਕਤ ਗਾ ਸਕੀਏ। ਕਿਉਂਕਿ ਗੁਰੂ ਸਾਹਿਬ ਨੇ ਇੰਨੀ ਦੂਰ ਜਾ ਕੇ ਪ੍ਰਚਾਰ ਕੀਤਾ, ਕਿਤੇ ਕਿਤੇ ਜਾ ਕੇ ਬਾਹਲੇ ਮਤਲਬ ਕਿ ਦੀਪਾਂ ਤੱਕ, ਮਹਾਂਦੀਪਾਂ ਤੱਕ, ਤੇ ਅਸੀਂ ਆਪਣੇ ਘਰ ਨੂੰ ਨਹੀਂ ਪਹੁੰਚਾ ਸਕੇ ਤੇ ਆਪਣੇ ਆਂਢ ਗੁਆਂਢ ਨੂੰ ਪਹੁੰਚਾ ਸਕੇ। ਸੋ ਕੋਈ ਗੱਲ ਨਹੀਂ ਜੀ, ਜੇ ਉਹ ਦਿਨ ਨਹੀਂ ਰਹੇ ਤੇ ਇਹ ਵੀ ਨਹੀਂ ਰਹਿਣਗੇ। ਔਰ ਤੁਸੀਂ ਬੜੀ ਸੁੰਦਰ ਗੱਲ ਕਹੀ ਵੀ ਕਬੂਹ ਜਿਹੜਾ ਊਪ ਚੜ੍ਹਦਾ ਹੈ ਕਬੂਹ ਜਾਏ ਪਿਆਲੇ। ਤੇ ਕਦੀ ਕਦੀ ਸਾਡਾ ਮਨ ਜਿਹੜਾ ਬਹੁਤ ਉੱਚੀ ਅਵਸਥਾ ਵਿੱਚ ਚੜ੍ਹਦੀ ਕਲਾ ਵਿੱਚ ਜਾਂਦਾ, ਕਦੀ ਢੇਂਦੀ ਕਲਾ ਵਿੱਚ ਜਾਂਦਾ, ਪਰ ਗੁਰੂ ਹੈ ਜਿਹੜਾ ਸਾਨੂੰ ਬਚਾ ਲੈਂਦਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਸਾਰੀ ਸੇਵਾ ਵੀ ਅੱਜ ਨਿਭਾਈ ਇੱਥੇ ਤੁਸੀਂ ਨਾਲ ਭਾਈ ਸਾਹਿਬ ਦੇ ਰਲ ਕੇ। ਅੱਜ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।